बीते 127 ਸਾਲਾਂ ਦੇ ਵਿੱਚ ਮਹਾਰਾਜਾ ਦਲੀਪ ਸਿੰਘ ਜੀ ਦੇ ਪਰਿਵਾਰ ਨੂੰ ਲੈ ਕੇ ਵੀ ਗੱਲਾਂ ਹੁੰਦੀਆਂ ਰਹੀਆਂ ਕਿ ਪਰਿਵਾਰ ਦੇ ਵਿੱਚ ਵਖਰੇਵਾਂ ਸੀਗਾ ਜਾਂ ਅੱਗੇ ਉਹਨਾਂ ਦੇ ਪਰਿਵਾਰ ਨੇ ਕਿਸ ਤਰੀਕੇ ਦੇ ਨਾਲ ਰੈਵੋਲੂਸ਼ਨਰੀ ਚੀਜ਼ਾਂ ਕੀਤੀਆਂ ਯੂਕੇ ਦੀ ਧਰਤੀ ਦੇ ਉੱਤੇ ਰਹਿ ਕੇ ਵੀ ਮਨੁੱਖੀ ਅਧਿਕਾਰਾਂ ਦੇ ਲਈ, ਬੀਬੀਆਂ ਦੇ ਅਧਿਕਾਰਾਂ ਦੇ ਲਈ। ਇਸ ਤੋਂ ਇਲਾਵਾ 127 ਸਾਲਾਂ ਦੇ ਵਿੱਚ ਅੱਜ ਵੀ ਕਦੇ ਨਾ ਕਦੇ ਗਾਇਬ ਗਏ ਚੀਜ਼ਾਂ ਵੇਖਣ ਨੂੰ ਪਾਈਆਂ ਜਾਂਦੀਆਂ ਨੇ। ਕਦੇ ਉਹਨਾਂ ਦੇ ਘਰ, ਕਦੇ ਉਹਨਾਂ ਦੀ ਕੋਈ ਅਜਿਹੀ ਚੀਜ਼ ਜੋ ਉਹਨਾਂ ਦੇ ਨਾਲ ਜੁੜੀ ਹੋਏ। ਲੰਡਨ ਦੇ ਕਿੰਗਸਟਨ ਪੈਲੇਸ ਦੇ ਵਿੱਚ ਨੁਮਾਇਸ਼ ਲਗਾਈ ਜਾਂਦੀ ਹੈ ਚੀਜ਼ਾਂ ਦੀ ਕਿ ਮਹਾਰਾਜਾ ਦਲੀਪ ਸਿੰਘ ਜੀ ਦੀਆਂ ਜੋ ਵਸਤਰ ਸੀ, ਜੋ ਉਹਨਾਂ ਦੇ ਕੱਪੜੇ ਸੀਗੇ ਜਾਂ ਕੋਈ ਹੋਰ ਐਸੈਸਰੀਜ਼ ਵੇਖਣ ਦੇ ਲਈ ਆ ਸਕਦੇ ਹੋ ਤੁਸੀਂ, ਲੇਕਿਨ ਇਹ ਸਭ ਕੁਝ ਹੈ ਇੱਥੇ ਦਾ, ਇੱਥੋਂ ਦੇ ਲੋਕਾਂ ਦਾ। ਇਹ ਸਾਰੀਆਂ ਚੀਜ਼ਾਂ ਚੇਤੇ ਕਰਾ ਦਿੰਦੀਆਂ ਨੇ ਤੇ ਕਦੇ-ਕਦਾਰ ਇਹ ਵੀ ਭਾਵ ਦਿੰਦੀਆਂ ਨੇ ਕਿ ਲੂਣ ਛਿੜਕਿਆ ਜਾਂਦਾ। ਬਿਲਕੁਲ ਅਮਨ, ਔਰ ਇੱਥੇ ਆਪਾਂ ਜੇ ਗੱਲ ਕਹਿ ਦਈਏ ਨਾ, ਤੁਸੀਂ ਕਿਹਾ ਕਿ ਉਹਨਾਂ ਦਾ ਪਰਿਵਾਰ ਦਾ ਜਿਹੜਾ ਹੈਗਾ ਸੀ, ਹੁਣ ਤੁਸੀਂ ਆਪ ਹੀ ਦੇਖੋ ਕਿ ਇੱਕ ਇਨਸਾਨ ਜਿਹੜੀ ਇੱਥੇ ਇੱਕ ਤਰ੍ਹਾਂ ਦੀ ਆਪਾਂ ਕਹਿ ਲਈਏ ਕਿ ਲਾਈਫ ਸੈਟਲ ਹੋ ਗਈ ਹੋਵੇ, ਪਰਿਵਾਰ ਹੋਵੇ, ਸਾਰਾ ਕੁਝ ਹੋਵੇ। ਕਿਉਂਕਿ ਇੱਥੇ ਗੱਲ ਕਰਨੀ ਪਏਗੀ ਕਿ ਜਿੱਥੇ ਆਪਾਂ ਕਹੀਏ ਕਿ ਗੋਰਿਆਂ ਨੇ ਤੇ ਮਾੜਾ ਕਰਨਾ ਹੀ ਸੀ, ਆਪਣੇ ਸਿੱਖਾਂ ਨੇ ਵੀ ਉਹਨਾਂ ਦੇ ਨਾਲ ਕੋਈ ਬਹੁਤੀ ਜ਼ਿਆਦਾ ਜਿਹੜੀ ਵਫਾ ਨਹੀਂ ਕਮਾਈ। ਚਲੋ ਠੀਕ ਹੈ, ਹੁਣ ਆ ਕੇ ਥੋੜਾ ਜਿਹਾ ਆਪਾਂ ਕਹਿ ਲਈਏ ਨਾ ਕਿ ਜਦੋਂ ਘੱਟਾ ਬਹੁਤ ਜ਼ਿਆਦਾ ਹੋ ਜਾਂਦਾ ਹੈ ਤੇ ਕਿਤੇ ਨਾ ਕਿਤੇ ਉਹ ਮਿੱਟੀ ਉੱਡਣੀ ਸ਼ੁਰੂ ਹੋ ਜਾਂਦੀ ਹੈ ਤੇ ਜਿਹੜੇ ਸਹੀ ਕਿਰਦਾਰ ਨੇ ਉਹ ਸਾਹਮਣੇ ਆਉਣੇ ਹੁੰਦੇ ਨੇ, ਜੋ ਸੱਚਾਈ ਹੁੰਦੀ ਹੈ ਉਹਨੇ ਬਾਹਰ ਆਉਣਾ ਹੁੰਦਾ ਹੈ। ਤੇ ਜੋ ਉਹਨਾਂ ਦੀ ਸਟਰਗਲ ਸੀ ਮਹਾਰਾਜਾ ਸਾਹਿਬ ਦੀ, ਉਹ ਅੱਜ ਬਾਹਰ ਆ ਰਹੀ ਹੈ। ਔਰ ਇਸ ਚੀਜ਼ ਨੂੰ ਜਿਹੜਾ ਹੈਗਾ ਆਉਣ ਵਾਲੀ ਪੀੜ੍ਹੀ ਨੂੰ ਸਾਨੂੰ ਦੱਸਣਾ ਪਵੇਗਾ ਕਿ ਕਿਸ ਤਰੀਕੇ ਦੇ ਨਾਲ ਮਹਾਰਾਜਾ ਸਾਹਿਬ ਨੇ ਆਪਣੀ ਸਾਰੀ ਲਾਈਫ ਦੀ ਸਟਰਗਲ ਕੀਤੀ, ਕਿੰਨੀ ਉਹਨਾਂ ਦੀ ਜਿਹੜੀ ਪੈਨਸ਼ਨ ਲੱਗ ਚੁੱਕੀ ਸੀ ਉਹਨਾਂ ਨੇ ਉਸ ਦੀ ਵੀ ਪਰਵਾਹ ਨਹੀਂ ਕੀਤੀ, ਆਪਣੇ ਫੈਮਿਲੀ ਦੀ ਪਰਵਾਹ ਨਹੀਂ ਕੀਤੀ। ਔਰ ਜੇ ਉਹ ਚਾਹੁੰਦੇ ਤੇ ਇੱਥੇ ਆ ਕੇ ਐਸ਼ੋ ਇਸ਼ਰਤ ਦੇ ਵਿੱਚ ਦੁਬਾਰਾ ਰਹਿ ਸਕਦੇ ਸੀ, ਪਰ ਉਹਨਾਂ ਨੇ ਜਿਹੜਾ ਆਪਣਾ ਸੰਘਰਸ਼ਮਈ ਜਿਹੜਾ ਜੀਵਨ ਹੈਗਾ, ਇੱਕ ਯੋਧਿਆਂ ਦੀ ਤਰ੍ਹਾਂ ਉਹਨਾਂ ਨੇ ਆਪਣਾ ਸੰਘਰਸ਼ਮਈ ਜੀਵਨ ਲੜਿਆ। ਔਰ ਅਖੀਰ ਦੇ ਵਿੱਚ ਜਾ ਕੇ ਜਿਹੜਾ ਹੈਗਾ ਉਹਨਾਂ ਦੀ ਜਿਹੜੀ ਮੌਤ ਵੀ ਉਸੇ ਤਰੀਕੇ ਦੇ ਨਾਲ ਜਿਹੜੀ ਇੱਕ ਗੁਮਨਾਮ ਜਗ੍ਹਾ ਤੇ ਹੋ ਜਾਂਦੀ ਹੈ। ਔਰ ਉਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਲਿਆਂਦਾ ਜਾਂਦਾ ਹੈ। ਔਰ ਇਹ ਵੀ ਦੱਸ ਚੱਲੀ ਕਿ ਕੁਝ ਆਰਗੇਨਾਈਜੇਸ਼ਨ ਜਿਹੜੀਆਂ ਬਣੀਆਂ ਹੋਈਆਂ ਨੇ ਉਹਨਾਂ ਵੱਲੋਂ ਇਹ ਮੰਗ ਜਿਹੜੀ ਹੈ ਦੁਬਾਰਾ ਕੀਤੀ ਜਾਂਦੀ ਹੈ ਕਿ ਉਹਨਾਂ ਦੇ ਜਿਹੜੇ ਅੰਤਿਮ ਇੱਛਾ ਜਿਹੜੀ ਉਹਨਾਂ ਦੀ ਸੀਗੀ ਮਹਾਰਾਜਾ ਸਾਹਿਬ ਦੀ ਕਿ ਮੈਨੂੰ ਪੰਜਾਬ ਦੀ ਧਰਤੀ ਤੇ ਲੈ ਕੇ ਜਾਇਆ ਜਾਵੇ, ਜਾਂ ਜਿਹੜੇ ਉਹਨਾਂ ਦੇ ਅਖੀਰ ਵਾਲੇ ਜਿਹੜੇ ਕਾਰਜ ਹੈਗੇ ਨੇ ਉਹ ਸਿੱਖ ਰਹੁ ਰੀਤਾਂ ਦੇ ਹਿਸਾਬ ਨਾਲ ਹੋਣ। ਤੇ ਉਸ ਦੇ ਵੱਲ ਵੀ ਕੁਝ ਜਥੇਬੰਦੀਆਂ ਕੰਮ ਕਰ ਰਹੀਆਂ ਨੇ ਔਰ ਉਹਨਾਂ ਨੂੰ ਜਿਹੜਾ ਹੈਗਾ ਹੋਰ ਇਸ ਦੇ ਉੱਤੇ ਹੋਰ ਤੇਜ਼ ਕੰਮ ਕਰਨ ਦੀ ਲੋੜ ਹੈ ਤਾਂ ਕਿ ਜਿਹੜਾ ਹੈ ਅਸੀਂ ਉਹਨਾਂ ਨੂੰ ਅਸਲੀ ਜਿਹੜਾ ਹੈਗਾ ਉਹਨਾਂ ਦੀ ਬਰਸੀ ਮਨਾ ਸਕੀਏ ਔਰ ਉਹਨਾਂ ਦੇ ਜਿਹੜੇ ਸ਼ਰਧਾ ਦੇ ਫੁੱਲ ਜੋ ਅਸਲ ਨੇ ਉਹ ਅਸੀਂ ਭੇਂਟ ਕਰਨ ਦੇ ਵਿੱਚ ਕਾਮਯਾਬ ਹੋਈਏ। ਬਿਲਕੁਲ, ਪਿਛਲੇ 127 ਸਾਲਾਂ ਦੇ ਵਿੱਚ 47 ਹੋਵੇ, 66 ਹੋਵੇ, 84 ਹੋਵੇ ਜਾਂ ਅੱਜ ਦੇ ਹਾਲਾਤਾਂ ਦੇ ਵਿੱਚ ਵੀ ਨੌਜਵਾਨਾਂ ਨੂੰ ਮਹਾਰਾਜਾ ਦਲੀਪ ਸਿੰਘ ਦੇ ਜੀਵਨੀ ਚੋਂ ਕਿਸ ਤਰੀਕੇ ਦੀ ਸੇਧ ਮਿਲਦੀ ਹੈ? ਬਿਲਕੁਲ, ਜੋ ਆਪਾਂ ਉਹਨਾਂ ਦੀ ਲਾਈਫ ਦੀ ਸਟਰਗਲ ਦੀ ਗੱਲ ਕਰਕੇ ਆਏ ਕਿ ਜਦੋਂ ਉਹ ਜਿਹੜੀ ਸਟਰਗਲ ਹੈ ਉਹ ਚਾਹੁੰਦੇ ਤੇ ਇੱਕ ਪਾਸੇ ਰਹਿ ਸਕਦੇ ਸੀ, ਉਹ ਚਾਹੁੰਦੇ ਤੇ ਸਾਰਾ ਕੁਝ ਕਿਉਂਕਿ ਜੋ ਉਹਨਾਂ ਦਾ ਪਲਾਨ ਕੀਤਾ ਹੋਇਆ ਸੀ ਕਿ ਅਸੀਂ ਇਹਨਾਂ ਨੂੰ ਮਾਨਸਿਕ ਤਰੀਕੇ ਦੇ ਨਾਲ ਕਮਜ਼ੋਰ ਕਰਨਾ ਹੈ, ਇਹਨਾਂ ਦਾ ਬ੍ਰੇਨ ਵਾਸ਼ ਕਰਨਾ ਹੈ, ਇਹਨਾਂ ਨੂੰ ਅਸੀਂ ਐਸ਼ੋ ਇਸ਼ਰਤ ਵਾਲੇ ਬੰਨੇ ਲਾਉਣਾ ਹੈ ਤੇ ਤਾਂ ਕਿ ਜਿਹੜਾ ਹੈਗਾ ਇਹ ਦੁਬਾਰਾ ਉਸ ਬੰਨੇ ਨੂੰ ਗੱਲ ਨਾ ਤੋਰਨ। ਪਰ ਮਹਾਰਾਜਾ ਜੀ ਦੇ ਅੰਦਰ ਜੇ ਆਪਾਂ ਕਹੀਏ ਕਿ ਖਾਲਸਾ ਰਾਜ ਦਾ ਖੂਨ ਸੀਗਾ ਤੇ ਮਹਾਰਾਜਾ ਜੀ ਅੰਦਰ ਉਹ ਚਿਣਗ ਸੀਗੀ, ਉਹ ਜਿਹੜੀ ਚਿਣਗ ਹੈ ਉਹ ਹਰੇਕ ਸਿੱਖ ਦੇ ਅੰਦਰ ਅੱਜ ਵੀ ਮੌਜੂਦ ਹੈ। ਸਾਨੂੰ ਵੀ ਉਸ ਚਿਣਗ ਦੇ ਵੱਲ ਚੱਲਣਾ ਪਵੇਗਾ ਔਰ ਸੋਚਣਾ ਪਵੇਗਾ ਕਿ ਅਸੀਂ ਬਿਲੋਂਗ ਕਿੱਥੋਂ ਕਰਦੇ ਹਾਂ। ਕੀ ਅਸੀਂ ਆਪਣੀਆਂ ਛੋਟੀਆਂ ਮੰਗਾਂ ਦੇ ਲਈ ਧਰਨੇ ਹੀ ਲਾਉਂਦੇ ਰਵਾਂਗੇ? ਕੀ ਅਸੀਂ ਸਰਕਾਰਾਂ ਦੇ ਅੱਗੇ ਗੋਡੇ ਹੀ ਟੇਕਦੇ ਰਵਾਂਗੇ? ਇਹ ਚੀਜ਼ ਜਿਹੜੀ ਆ ਆਪਣੇ ਆਪ ਨੂੰ ਝੰਜੋੜਦੀ ਹੈ ਔਰ ਇਹ ਸਵਾਲ ਜਿਹੜਾ ਹੈ ਖਾਸ ਕਰਕੇ ਸਿੱਖ ਚਿੰਤਕਾਂ ਦੇ ਅੱਗੇ ਜਿਹੜਾ ਸਵਾਲ ਹੈ ਉਹ ਛੱਡ ਜਾਂਦੀ ਹੈ, ਕਿਉਂਕਿ ਜਦੋਂ ਅਸੀਂ ਸਿੱਖ ਚਿੰਤਕਾਂ ਨੂੰ ਸੁਣਦੇ ਹਾਂ ਤੇ ਇਸ ਦੇ ਉੱਤੇ ਬਹੁਤ ਘੱਟ ਕੰਮ ਹੋਇਆ ਹੈ ਔਰ ਇਸ ਚੀਜ਼ ਦੇ ਉੱਤੇ ਜਿਹੜਾ ਵੱਧ ਤੋਂ ਵੱਧ ਕੰਮ ਹੋਣ ਦੀ ਲੋੜ ਹੈ ਔਰ ਲੋਕਾਂ ਨੂੰ ਜਾਗਰੂਕ ਕਰਨ ਦੀ ਜਿਹੜੀ ਲੋੜ ਹੈਗੀ ਹੈ ਕਿ ਕੌਣ ਸਨ ਮਹਾਰਾਜਾ ਦਲੀਪ ਸਿੰਘ, ਜਾਂ ਅਸੀਂ ਉਹਨਾਂ ਤੋਂ ਕੀ ਸੇਧ ਲੈਣੀ ਹੈ, ਉਹਨਾਂ ਨੇ ਕੀ ਕੁਰਬਾਨੀ ਕੀਤੀ, ਜਾਂ ਉਹਨਾਂ ਨੇ ਕਿਹੜੀ ਚੀਜ਼ ਛੱਡ ਕੇ ਕਿਹੜੀ ਚੀਜ਼ ਚੂਜ਼ ਕੀਤੀ। ਕਿਉਂਕਿ ਜਿਹੜੀ ਪਿਕ ਐਂਡ ਚੂਜ਼ ਦੀ ਆਪਸ਼ਨ ਹੁੰਦੀ ਹੈ ਨਾ, ਜਦੋਂ ਸਾਰਾ ਕੁਝ ਤੁਹਾਡਾ ਸਹੀ ਚੱਲਦਾ ਹੋਵੇ ਔਰ ਉਹ ਤੁਸੀਂ ਜਿਹੜਾ ਹੈਗਾ ਸਾਰਾ ਕੁਝ ਸਹੀ ਛੱਡ ਕੇ ਤੇ ਤੁਸੀਂ ਜਿਹੜਾ ਹੈਗਾ ਆਪਣੇ ਸਿਧਾਂਤ ਵੱਲ ਮੋੜਾ ਖਾਓ ਔਰ ਉਸ ਸਿਧਾਂਤ ਵੱਲ ਜਾਣ ਦੇ ਵਿੱਚ ਤੁਹਾਨੂੰ ਆਪਣੀ ਪਰਸਨਲ ਲਾਈਫ ਦੇ ਵਿੱਚੋਂ ਸਾਰਾ ਕੁਝ ਤਿਆਗਣਾ ਪਵੇ, ਛੱਡਣਾ ਪਵੇ, ਐਸ਼ੋ ਇਸ਼ਰਤ ਛੱਡਣੀ ਪਵੇ ਤੇ ਜਿਹੜਾ ਹੈਗਾ ਫਿਰ ਬੜਾ ਔਖਾ ਹੁੰਦਾ ਹੈ। ਤੇ ਜੋ ਲੋਕ ਉਹਨਾਂ ਸਮਿਆਂ ਦੇ ਵਿੱਚ ਇਹ ਡਿਸੀਜਨ ਲੈ ਲੈਂਦੇ ਨੇ ਕਿ ਅਸੀਂ ਸਿਧਾਂਤ ਦੇ ਨਾਲ ਖੜਨਾ ਹੈ ਤੇ ਉਹ ਆਪਣੇ ਆਪ ਦੇ ਵਿੱਚ ਹੀ ਇਤਿਹਾਸ ਦੇ ਵਿੱਚ ਇੱਕ ਚਮਕਦੇ ਸਿਤਾਰੇ ਵਾਂਗ ਹੁੰਦੇ ਨੇ ਔਰ ਬਾਕੀਆਂ ਦਾ ਜਿਹੜਾ ਨਾਮ ਹੈ ਉਹ ਕਾਲੀ ਸ਼ਾਹੀ ਦੇ ਨਾਲ ਲਿਖਿਆ ਜਾਂਦਾ ਹੈ।